ਰਮਨ ਭਾਜੀ ਨੂੰ ਇੱਕ ਸਵਾਲ ਪੁੱਛਣਾ ਚਾਹੁੰਦੇ ਭਾਜੀ, ਜਿੱਦਾਂ ਹੁਣ ਆਪਾਂ ਮੰਨ ਲਓ ਮੈਂ ਡਰਾਈਵਰ ਹਾਇਰ ਕਰਦਾ ਆ, ਮੈਂ ਉਹਦੀ ਐਪਲੀਕੇਸ਼ਨ ਵੀ ਭਰਾ ਲੈਣਾ, ਡਰੱਗ ਟੈਸਟ ਵੀ ਕਰਾ ਲੈਣਾ, ਐਵਰੀਥਿੰਗ ਕਰ ਲੈਣਾ ਜਿਹੜਾ ਮੈਂ ਕਰਨਾ ਆ ਉਹਦਾ, ਈਵਨ ਮੈਂ ਰੋਡ ਟੈਸਟ ਵੀ ਲੈ ਲੈਣਾ। ਮੰਨ ਲਓ ਜਦੋਂ ਰੋਡ ਤੇ ਜਾਂਦਾ ਉਦੋਂ ਤਾਂ ਮੈਂ ਉਹਦੇ ਨਾਲ ਨਹੀਂ ਹੁੰਦਾ ਜੀ। ਜੇ ਉਹ ਮੰਨ ਲਓ ਕੋਈ ਏਦਾਂ ਦੀ ਟਿਕਟ ਲੈ ਲੈਂਦਾ, ਇੱਕ ਮੇਰੇ ਫਰੈਂਡ ਨਾਲ ਹੋਇਆ, ਉਹ ਅਨਸੇਫ ਡਰਾਈਵ ਦੀ ਟਿਕਟ ਲੈ ਲਈ, ਉਹ ਕੰਪਨੀ ਦਾ ਪੱਠਾ ਪਾ ਦਿੰਦੇ ਆ। ਇਹਦਾ ਕੋਈ ਇਲਾਜ ਹੈ ਨਹੀਂ ਗਾ ਜੀ? ਜਦੋਂ ਮੰਨ ਲਓ ਜੀ ਡਰਾਈਵਰ ਬੰਦੇ ਨੇ ਆਪਣੇ ਮਾਲਕ ਨੇ ਸਾਰੀਆਂ ਕੰਡੀਸ਼ਨਾਂ ਪੂਰੀਆਂ ਕੀਤੀਆਂ, ਜੇ ਹੁਣ ਮੰਨ ਲਓ ਡਰਾਈਵਰ ਹੀ ਰੋਡ ਤੇ ਕੋਈ ਏਦਾਂ ਦੀ ਕੋਈ ਟਿਕਟ ਲੈ ਲੈਂਦਾ, ਉਹਦੇ 'ਚ ਕੰਪਨੀ ਦਾ ਕੀ ਕਸੂਰ ਹੈ ਜੀ? ਭਾਜੀ ਉਹਦੇ ਵਿੱਚ 2-3 ਚੀਜ਼ਾਂ ਹੈਗੀਆਂ ਜਿਹੜੀਆਂ, ਜਦੋਂ ਤੁਸੀਂ ਡਰਾਈਵਰ ਇਦਾਂ ਦਾ ਕੋਈ ਕੰਮ ਕਰਦੇ ਹੈਗੇ ਆ, ਤੇ ਇੱਕ ਤੁਹਾਡੀ ਕੰਪਨੀ ਪਾਲਿਸੀ ਜਿਹੜੀ ਆ ਉਹਦੇ ਵਿੱਚ ਲਿਖਿਆ ਹੋਣਾ ਚਾਹੀਦਾ ਕਿ ਤੁਸੀਂ ਜੇ ਇਦਾਂ ਦਾ ਕੁਛ ਵੀ ਕਰੋਗੇ ਤੇ ਉਹਦੇ ਕੀ ਕਨਸੀਕੁਐਂਸਸ ਹੋ ਸਕਦੇ ਆ। ਮੇਰੀ ਰਿਕਮੈਂਡੇਸ਼ਨ ਇਹ ਹੁੰਦੀ ਆ ਕਿ ਜਿਹੜੇ ਇਦਾਂ ਦੇ ਡਰਾਈਵਰਸ ਹੈਗੇ ਆ, ਜਦੋਂ ਉਹ ਕਰਦੇ ਹੈਗੇ ਆ, ਉਹਨਾਂ ਨੂੰ ਰਿਕੁਆਇਰਡ ਕਰੋ ਕਿ ਉਹ ਘਰੇ ਬਹਿ ਕੇ ਆਪਣਾ ਸਕੂਲ ਲੈਣ, ਆਪਣਾ ਜਿਹੜਾ ਉਹਦੀ ਕਲਾਸਿਸ ਆਨਲਾਈਨ ਲੈਣ। ਕਿਉਂਕਿ ਦੇਖੋ, ਜਦੋਂ ਡਰਾਈਵਰ ਨੂੰ ਕੋਈ ਵੀ ਕਨਸੀਕੁਐਂਸਸ ਨਹੀਂ ਨਾ ਹੁੰਦਾ, ਉਦੋਂ ਫਿਰ ਜਿਹੜਾ ਡਰਾਈਵਰ ਆ ਉਹ ਚੀਜ਼ ਕਰਦਾ ਹੈਗਾ, ਉਹ ਚੀਜ਼ ਰਿਪੀਟਡਲੀ ਕਰਦਾ ਹੈਗਾ। ਔਰ ਇਹ ਕੰਪਨੀਜ਼ ਜਿਹੜੀ ਗੋਰਿਆਂ ਦੀਆਂ ਕੰਪਨੀਆਂ, ਉਹ ਕੀ ਕਰਦੀਆਂ, ਉਹ ਤੁਹਾਨੂੰ ਬਿਠਾ ਦਿੰਦੀਆਂ ਕਿ ਤੁਸੀਂ ਹੁਣ 2 ਦਿਨ 3 ਦਿਨ ਇੱਥੇ ਆਫਿਸ 'ਚ ਬੈਠਣਾ ਆ, ਆਹ ਵੀਡੀਓਜ਼ ਦੇਖਣੀਆਂ ਹੈਗੀਆਂ, ਆਹ ਕੰਮ ਤੁਸੀਂ ਕਰਨਾ ਹੈਗਾ, ਇਸ ਤੋਂ ਪਹਿਲਾਂ ਕਿ ਤੁਸੀਂ ਦੁਬਾਰਾ ਰੋਡ ਤੇ ਜਾ ਸਕੋ। ਤੁਹਾਨੂੰ ਇੱਥੇ ਬੈਠਿਆਂ ਨੂੰ ਮਿਨੀਮਮ ਵੇਜ ਜਿਹੜੀ ਆ ਉਹ ਮਿਲੂਗੀ, ਬਾਕੀ ਤੁਸੀਂ ਆਫਿਸ ਦੇ ਕੰਮ ਕਰਨੇ ਤੇ ਪਲੱਸ ਨਾਲੇ ਆ ਜਿਹੜੀਆਂ ਕਲਾਸਾਂ ਪੂਰੀਆਂ ਕਰਨੀਆਂ ਹੈਗੀਆਂ। ਸੋ ਜਦੋਂ ਇਦਾਂ ਦੇ ਕਨਸੀਕੁਐਂਸਸ ਜਿਹੜੇ ਆ ਨਾ, ਉਹ ਤੁਸੀਂ ਡਰਾਈਵਰ ਨੂੰ ਕਰੋਗੇ ਤੇ ਤਾਂ ਹੀ ਡਰਾਈਵਰ ਜਿਹੜਾ ਆ ਉਹ ਨੈਕਸਟ ਟਾਈਮ ਉਹ ਚੀਜ਼ ਨਹੀਂ ਕਰੂਗਾ। ਪਰ ਜੇ ਹੁਣ ਸਾਡੀ ਕੀ ਹੁੰਦੀ ਆ ਕਿ ਸਾਡੇ ਜਿਹੜੀ ਪ੍ਰੋਬਲਮ ਕੀ ਆਉਂਦੀ ਆ ਕਿ ਅਸੀਂ ਜਦੋਂ ਇਦਾਂ ਦੀਆਂ ਕੋਈ ਟਿਕਟਸ ਲੈ ਲੈਂਦਾ, ਜਦੋਂ ਜਾਂ ਇਦਾਂ ਦੀਆਂ ਕੋਈ ਪ੍ਰੋਬਲਮਸ ਕ੍ਰੀਏਟ ਕਰ ਲੈਂਦਾ, ਅਸੀਂ ਉਹਨਾਂ ਦੇ ਖਿਲਾਫ ਰੋਂਗ ਐਕਸ਼ਨ ਲੈਣ ਲੱਗ ਜਾਂਦੇ ਆ, ਉਹਨਾਂ ਦੀ ਪੇ ਨੂੰ ਹੋਲਡ ਕਰਨ ਲੱਗ ਜਾਂਦੇ ਆ, ਉਹਨਾਂ ਦੇ ਪੈਸੇ ਨਹੀਂ ਦਿੰਦੇ, ਉਹਨਾਂ ਦੇ ਬਹੁਤ ਚੀਜ਼ਾਂ ਜਿਹੜੀਆਂ ਕਰਨ ਲੱਗ ਜਾਂਦੀਆਂ, ਜਿਹੜੀਆਂ ਕਿ ਟੋਟਲੀ ਅਗੇਂਸਟ ਹੈਗੀਆਂ ਲਾਅ ਦੇ, ਉਹ ਨਹੀਂ ਕਰਨੀਆਂ ਚਾਹੀਦੀਆਂ। ਪਰ ਪ੍ਰੋਪਰ ਢੰਗ ਦੇ ਨਾਲ ਜੇ ਤੁਸੀਂ ਆਪਣੀ ਕੰਪਨੀ ਪਾਲਿਸੀ ਦੇ ਵਿੱਚ ਦੱਸਿਆ ਆ ਕਿ ਭਾਈ ਜੇ ਤੈਨੂੰ ਆਹ ਟਿਕਟ ਮਿਲੀ ਐਂਡ ਇਟ ਇਜ਼ ਬਿਕਾਜ਼ ਆਫ ਯੋਰ ਫਾਲਟ, ਤੇ ਇਹ ਤੁਹਾਨੂੰ ਜਿਹੜਾ ਆ ਇਹਦਾ ਤੈਨੂੰ ਕਰਨਾ ਪੈਣਾ, ਉਸ ਤੋਂ ਬਾਅਦ ਤੈਨੂੰ ਕੋਰਸਿਸ ਲੈਣੇ ਪੈਣੇ ਆ, ਸਟੱਡੀ ਕਰਨੀ ਪੈਣੀ ਆ, ਤਾਂ ਤੂੰ ਦੁਬਾਰਾ ਟਰੱਕ ਚਲਾ ਸਕਦਾ। ਬਹੁਤ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਇਹ ਕਰਦੀਆਂ ਹੈਗੀਆਂ ਕਿ ਜੇ ਤੁਸੀਂ ਮੰਨ ਲਓ ਕਿ ਤੁਸੀਂ 50 ਸੈਂਟ ਡਰਾਈਵਰ ਨੂੰ ਦੇਣੇ ਆ, ਤੁਸੀਂ 42 ਸੈਂਟ ਬੇਸ ਪੇ ਆ, ਉਸ ਤੋਂ ਬਾਅਦ ਤੁਹਾਡਾ ਮਹੀਨਾ ਜੇ ਤੁਸੀਂ ਵਿਦਆਊਟ ਆਪਣੇ ਟਿਕਟ ਲਈ ਤੇ ਆਉਨੇ ਆ ਵਾਪਸ, ਮਤਲਬ ਕਿ ਤੁਸੀਂ ਮਹੀਨਾ ਬਿਨਾਂ ਟਿਕਟ ਲਈ ਤੋਂ ਆਉਨੇ ਆ ਤੇ ਤੁਹਾਨੂੰ 5 ਸੈਂਟ ਬੋਨਸ ਆ। ਤੁਸੀਂ ਦੇਣੇ 50 ਸੈਂਟ ਹੀ ਆ, ਪਰ ਤੁਸੀਂ 42 ਸੈਂਟ ਤੋਂ ਬਾਅਦ 5 ਸੈਂਟ ਤੁਹਾਡਾ ਬੋਨਸ ਆ, ਤੇ 2 ਸੈਂਟ ਤੁਹਾਡੇ ਸੇਫਟੀ ਦੇ ਆ, 1 ਸੈਂਟ ਤੁਹਾਡਾ ਜਿਹੜਾ ਆ ਉਹ ਫਲਾਨੀ ਚੀਜ਼ ਦਾ। ਜੇ ਤੁਸੀਂ ਏਦਾਂ ਪੈਕੇਜ ਕਰਕੇ ਡਰਾਈਵਰ ਨੂੰ ਦਿਓਗੇ ਨਾ, ਤੇ ਡਰਾਈਵਰ ਨੂੰ ਪਤਾ ਆ ਵੀ ਮੈਂ ਜੇ ਟਿਕਟ ਲਈ ਤੇ ਮੇਰੇ ਕੋਲ ਲੀਗਲੀ ਉਹ ਮੇਰੇ ਕੋਲੋਂ 8 ਸੈਂਟ ਸਾਰੇ ਮਹੀਨੇ ਦੇ ਮੇਰੇ ਕੋਲ ਚਲੇ ਜਾਣੇ ਆ, ਠੀਕ ਹੈ ਨਾ। ਸੋ ਇਸ ਕਰਕੇ ਇਹਨੂੰ ਇਸ ਢੰਗ ਦੇ ਨਾਲ ਤੁਸੀਂ ਆਪਣੇ ਜਿਹੜੇ ਡਰਾਈਵਰ ਪੈਕੇਜਸ ਆ, ਸਾਰੀਆਂ ਵੱਡੀਆਂ ਕੰਪਨੀਆਂ ਇਵੇਂ ਹੀ ਕਰਦੀਆਂ। ਤੁਸੀਂ ਕਲੀਨ ਇਨਸਪੈਕਸ਼ਨ ਲੈ ਕੇ ਆਉਨੇ ਆ, ਉਹ ਤੁਹਾਨੂੰ ਬੋਨਸ ਦਿੰਦੇ ਆ। ਤੁਸੀਂ ਨਹੀਂ ਲੈ ਕੇ ਆਉਂਦੇ ਕਲੀਨ ਇਨਸਪੈਕਸ਼ਨ, ਤੁਹਾਡੇ ਪੇ ਚੋਂ ਕੱਟੇ ਜਾਂਦੇ ਆ, ਪਰ ਉਹ ਲੀਗਲ ਕੱਟੇ ਜਾਂਦੇ ਆ, ਉਹ ਇਸ ਤਰ੍ਹਾਂ ਨਹੀਂ ਕੱਟੇ ਜਾਂਦੇ ਕਿ ਮੈਂ ਤੇਰੀ ਤਨਖਾਹ ਨਹੀਂ ਦੇਣੀ, ਮੈਂ ਇੰਨੇ ਪੈਸੇ ਕੱਟ ਲੈਣੇ ਆ। ਤੇ ਦੂਸਰੀ ਚੀਜ਼ ਜਿਹੜੀ ਆ ਇੱਥੇ ਇਹਦੇ ਨਾਲ ਹੀ ਜੁੜਦੀ ਇਹ ਆ ਕਿ ਜਦੋਂ ਇੰਸ਼ੋਰੈਂਸ ਤੁਸੀਂ ਲਈ ਆ ਔਰ ਟਰੱਕ ਦਾ ਕੋਈ ਐਕਸੀਡੈਂਟ ਹੋ ਜਾਂਦਾ, ਨੁਕਸਾਨ ਹੋ ਜਾਂਦਾ, ਪਲੀਜ਼ ਇਹ ਕੰਮ ਨਾ ਕਰਿਆ ਕਰੋ ਵੀ ਡਰਾਈਵਰ ਦੇ ਪੈਸੇ ਕੱਟਣ ਵਾਲੀ ਗੱਲ ਜਿਹੜੀ ਆ ਉਹ ਗਲਤ ਹੈਗੀ ਆ। ਲੀਗਲੀ ਤੁਸੀਂ ਡਰਾਈਵਰ ਦੇ ਪੈਸੇ ਨਹੀਂ ਕੱਟ ਸਕਦੇ ਬਿਕਾਜ਼ ਆਫ ਦਾ ਇੰਸ਼ੋਰੈਂਸ ਐਕਸੀਡੈਂਟ। ਇਹ ਲੀਗਲ ਚੀਜ਼ ਹੈਗੀ ਆ, ਡੋਂਟ ਡੂ ਇਟ। ਤੇ ਡਰਾਈਵਰਸ ਨੂੰ ਵੀ ਇਹ ਰਿਕੁਐਸਟ ਹੈਗੀ ਆ ਕਿ ਪਲੀਜ਼ ਜੇ ਤੁਸੀਂ ਧਿਆਨ ਨਾਲ ਟਰੱਕ ਚਲਾਓ, ਜੇ ਤੁਸੀਂ ਟਰੱਕ ਆਪਣਾ ਸਮਝ ਕੇ ਚਲਾਓ ਤੇ ਇਦਾਂ ਦੀਆਂ ਗਲਤੀਆਂ ਨਾ ਕਰੋ, ਤੇ ਇਹ ਇਸ਼ੂਜ਼ ਖੜੇ ਨਹੀਂ ਹੋਣਗੇ।